ਧੰਨ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਨੌਵਾਂ। ਸਾਧੂ ਰਾਮ ਸ਼ਰਨ ਬਿਸਰਾਨਾ, ਵੇਦ ਪੁਰਾਨ ਪੜ੍ਹੇ ਕੋਇ ਗੁਣ, ਸਿਮਰੇ ਹਰਿ ਕੋ ਨਾਮਾ। ਸਾਧੂ ਰਾਮ ਸ਼ਰਨ ਬਿਸਰਾਮਾ, ਵੇਦ ਪੁਰਾਨ ਪੜ੍ਹੇ ਕੋਇ ਗੁਣ, ਸਿਮਰੇ ਹਰਿ ਕੋ ਨਾਮਾ। ਰਹਾਉ ਲੋਭ ਮੋਹ ਮਾਇਆ ਮਮਤਾ ਫਨ, ਔ ਬਿਖਿਆਨ ਕੀ ਸੇਵਾ। ਹਰਖ ਸੋਗ ਪਰਸਾ ਜੇ ਨਾਹਿਨ, ਸੋ ਮੂਰਤ ਹੈ ਦੇਵਾ। ਸੁਰਗ ਨਰਕ ਅੰਮ੍ਰਿਤ ਬਿਖੇ, ਸਭ ਤਿਉ ਕੰਚਨ ਅਰ ਪੈਸਾ। ਸੁਰਗ ਨਰਕ ਅੰਮ੍ਰਿਤ ਬਿਖ ਏ, ਸਭ ਤਿਉ ਕੰਚਨ ਅਰ ਪੈਸਾ। ਉਸਤਤ ਨਿੰਦਾ ਏ ਸਮ ਕਰ ਜਾਗੈ, ਲੋਭ ਮੋਹ ਫੁਨ ਤੈਸਾ। ਦੁਖ ਸੁਖ ਏ ਬਾਧੇ ਜੇ ਨਾਹਿਨ, ਤਿਹ ਤੁਮ ਜਾਨੋ ਗਿਆਨੀ। ਨਾਨਕ ਮੁਕਤ ਤਾਹੇ ਤੁਮ ਮਾਨਾ, ਇਹ ਬਿਦ ਕੋ ਜੋ ਪ੍ਰਾਨੇ। ਦੁਖ ਸੁਖ ਏ ਬਾਧੇ ਜੇ ਨਾਹਿਨ, ਤਿਹ ਤੁਮ ਜਾਨੋ ਗਿਆਨੀ। ਨਾਨਕ ਮੁਕਤ ਤਾਹੇ ਤੁਮ ਮਾਨਾ, ਇਹ ਬਿਦ ਕੋ ਜੋ ਪ੍ਰਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਤਖਤ ਸਿੰਘਾਸਨ ਦੇ ਮਾਲਕ ਰਾਜਾ ਨਰਾਜ ਨਾਹਨ ਪਹਾਨ, ਦੀਵਾਨ ਦੇਵ ਉਪਮਾ ਮਹਾਨ, ਸਰਬ ਕਾਇਨਾਤ ਦੇ ਮਾਲਕ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਨ ਸਤਸੰਗੀ ਜਨੋ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ। ਸਾਹਿਬ ਜੀਆਂ ਨੇ ਸ਼ਾਮ ਦੇ ਦੀਵਾਨ ਬਖਸ਼ਿਸ਼ ਕੀਤੇ। ਦੀਵਾਨਾਂ ਅੰਦਰ ਅੰਮ੍ਰਿਤ ਬਾਣੀ, ਸੋਦਾ ਰਹਿਰਾਸ ਸਾਹਿਬ ਕੇ ਜਾਪ, ਪਾਵਨ ਪਾਕ ਪਵਿੱਤਰ ਬਾਣੀ ਦਾ ਕੀਰਤਨ ਉਪਰੰਤ ਆਓ ਜੋ ਲੜੀਵਾਰ ਨੌਵੇਂ ਨਾਨਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ
ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲਦੀ ਹੈ। ਉਹ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਸਤਿਗੁਰਾਂ ਜੀ ਦੇ ਪਾਸ ਮਨ ਚਿੱਤ ਇਕਾਗਰ ਕਰ ਹਾਜ਼ਰੀ ਲਵਾਈਏ। ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹ ਗੌੜੀ ਰਾਗ ਦਾ 7ਵਾਂ ਸ਼ਬਦ ਹੈ, ਜਿਸ ਦਾ ਜਾਪ ਆਪ ਜੀਆਂ ਨੇ ਸ਼ਰਵਣ ਕੀਤਾ ਹੈ। ਔਰ ਇਸ ਪਾਵਨ ਸ਼ਬਦ ਅੰਦਰ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 220 ਉੱਪਰ ਸ਼ੋਭਨੀਕ ਹੈ। ਸਾਹਿਬ ਜੀਆਂ ਨੇ ਇਸ ਪਾਵਨ ਸ਼ਬਦ ਅੰਦਰ ਬਚਨ ਕੀਤੇ। ਕਹਿਣ ਲੱਗੇ, ਸਾਧੂ ਰਾਮ ਸ਼ਰਨ ਬਿਸਰਾਮਾ, ਰਾਮ ਸ਼ਰਨ। ਸਾਹਿਬ ਜੀਆਂ ਨੇ ਇਸ ਪਾਵਨ ਸ਼ਬਦ ਦੀ ਆਰੰਭਤਾ ਦੇ ਅੰਦਰ ਕਹਿਣ ਲੱਗੇ, ਹੇ ਸਤ ਸੰਗੀ ਜਨੋ, ਜੇ ਸੁੱਖ ਲੈਣਾ ਏ ਤੇ ਰਾਮ ਜੀਆਂ ਦੀ ਸ਼ਰਨ, ਪਰਮਾਤਮਾ ਵਾਹਿਗੁਰੂ ਦਤਾਰ ਦੀ ਸ਼ਰਨ ਦੇ ਅੰਦਰ ਆਉਣਾ ਪਵੇਗਾ। ਸ਼ਰਨ ਦੇ ਅੰਦਰ ਉਸ ਦੀ ਆਇਆ ਜਾਂਦਾ ਏ, ਔਰ ਸ਼ਰਨ ਦੇ ਅੰਦਰ ਉਹ ਆਉਂਦਾ ਏ ਜਿਹਨੂੰ ਡਰ ਹੈ। ਭਾਵੇਂ ਬਾਹਰੀ ਰੂਪ ਦੇ ਅੰਦਰ ਉਹਦੇ ਉੱਪਰ ਕੋਈ ਹਮਲਾ ਕਰ ਰਿਹਾ ਹੈ, ਤਾਂ ਵੀ ਉਹਨੂੰ ਆਪਣੇ ਬਚਾਅ ਵਾਸਤੇ ਕਿਤੇ ਸ਼ਰਨ ਲੈਣੀ ਪਵੇਗੀ। ਤੇ ਸ਼ਰਨ ਉਹਦੀ ਹੀ ਲਈ ਜਾਂਦੀ ਹੈ ਜਿਹੜਾ ਆਏ ਹੋਏ ਸ਼ਰਨਾਰਥੀ ਨੂੰ ਬਚਾ ਸਕੇ, ਉਹਦੀ ਰੱਖਿਆ ਕਰ ਸਕੇ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਆਰੰਭਤਾ ਦੇ ਅੰਦਰ ਬਖਸ਼ਿਸ਼ ਕੀਤੀ, ਜੀਵ ਨੇ ਜੇ ਸ਼ਰਨ ਲੈਣੀ ਹੈ ਤੇ ਕਿਸ ਦੀ ਲਵੇ। ਕਿਉਂਕਿ ਜਦੋਂ ਪੁਰਾਤਨ ਸਮੇਂ ਅੰਦਰ ਕੋਈ ਇੱਕ ਰਿਆਸਤ ਦੇ ਉੱਪਰ ਹਮਲਾ ਕਰ ਦਿੰਦਾ ਸੀ, ਉਹ ਰਿਆਸਤ ਦਾ ਜਿਹੜਾ ਆਗੂ ਆਪਣੀ ਰਿਆਸਤ ਨੂੰ ਬਚਾਉਣ ਵਾਸਤੇ ਕਿਸੇ ਹੋਰ ਵੱਡੇ ਰਾਜੇ ਦੀ ਸ਼ਰਨ ਲੈਂਦਾ, ਉਹਦੇ ਨਾਲ ਸੰਧੀ ਕਰਦਾ, ਇਕਰਾਰ ਕਰਦਾ ਕਿ ਜੇ ਮੇਰਾ ਬਚਾਅ ਕੀਤਾ ਜਾਵੇ, ਜੇ ਮੇਰੀ ਮਦਦ ਕੀਤੀ ਜਾਵੇ, ਤੇ ਮੈਂ ਤੁਹਾਡੇ ਨਾਲ ਇਹ ਵਚਨ ਕਰਦਾ ਹਾਂ, ਇਹ ਵਾਅਦਾ ਕਰਦਾ ਹੈ। ਔਰ ਜੋ ਵੀ ਵਾਅਦਾ ਕੀਤਾ ਜਾਂਦਾ, ਫਿਰ ਜਦੋਂ ਉਹ ਰਾਜਨ ਨੂੰ ਸ਼ਰਨ ਦੇ ਅੰਦਰ ਲੈਂਦਾ, ਬਚਾਅ ਕਰਦਾ, ਤੇ ਫਿਰ ਉਹ ਵਾਅਦੇ ਨੂੰ ਪੂਰਾ ਕੀਤਾ ਜਾਂਦਾ। ਸਾਹਿਬ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਸ਼ਰਨ ਦੀ ਬਖਸ਼ਿਸ਼ ਕੀਤੀ ਹੈ, ਭਾਈ ਗੁਰਦਾਸ ਜੀ ਨੇ ਇੱਕ ਕਵਿਤ ਦੇ ਅੰਦਰ ਜ਼ਿਕਰ ਕੀਤਾ। ਕਹਿੰਦੇ, ਭਾਈ ਸ਼ਰਨ ਵੀ ਬੜੀ ਸੋਚ ਸਮਝ ਕੇ ਲੈਣੀ ਪਵੇਗੀ। ਕਿਤੇ ਇਹ ਨਾ ਹੋਵੇ ਕਿ ਬਾਹਰੋਂ ਡਰਦੇ ਹੋਏ ਅੰਦਰ ਗਏ ਕਿ ਅੰਦਰ ਜਾ ਕੇ ਬਚਾਅ ਹੋ ਜਾਵੇਗਾ, ਬਾਹਰੋਂ ਡਰ ਸੇ ਬਾਹਰ ਕੋਈ ਲੁੱਟ ਲਵੇਗਾ, ਤੇ ਕਿਲੇ ਦੇ ਅੰਦਰ ਚਲੇ ਗਏ। ਤੇ ਕਹਿੰਦੇ, ਜੇ ਕਿਲੇ ਦੇ ਅੰਦਰ ਜਾ ਕੇ ਵੀ ਲੁੱਟੇ ਗਏ ਤੇ ਫਿਰ ਕਿਲੇ ਦੇ ਅੰਦਰ ਜਾਣ ਦਾ ਵੀ ਕੋਈ ਲਾਭ ਨਹੀਂ। ਬਾਹਰ ਸੇ ਭਾਗ ਓਟ ਲੀਜੀਅਤ ਕੋਟਗੜ, ਗੜ ਮੈਂ ਜੋ ਲੂਟ ਲੀਜੈ ਕਹੋ ਕਤ ਜਾਈਐ। ਕਹਿੰਦੇ, ਆਪਣੇ ਬਚਾਅ ਵਾਸਤੇ ਗਏ ਸਾਂ ਭੱਜ ਕੇ ਕਿਲੇ ਦੇ ਅੰਦਰ, ਵੀ ਉੱਥੇ ਸ਼ਰਨ ਮਿਲੇਗੀ, ਉੱਥੇ ਬਚਾਅ ਹੋਵੇਗਾ। ਕਹਿੰਦੇ, ਜੇ ਕਿਲੇ ਦੇ ਅੰਦਰ ਹੀ ਲੁੱਟ ਹੋ ਜਾਵੇ ਤੇ ਫਿਰ ਹੋਰ ਕਿੱਥੇ ਜਾਇਆ ਜਾਵੇ। ਅਸਲ ਅੰਦਰ ਇਹ ਕਵਿਤ ਸੋਈ ਦਾ ਜੋ ਸੰਦਰਭ ਹੈ ਉਹ ਤੇ ਹੋਰ ਹੈ, ਪਰ ਉਦਾਹਰਨਾਂ ਭਾਈ ਗੁਰਦਾਸ ਜੀ ਨੇ ਬੜੀਆਂ ਕਮਾਲ ਦੀਆਂ ਲਈਆਂ। ਇੱਕ ਜਗ੍ਹਾ
ਅੱਗੇ ਜਾ ਕੇ ਉਦਾਹਰਨ ਲੈਂਦੇ, ਕਹਿੰਦੇ ਚੋਰਨ ਕੈ ਤਰਾਸ ਜਾਹੇ ਸ਼ਰਨ ਗਹੇ ਨਰਿੰਦ। ਕਹਿੰਦੇ ਡਰ ਸੀ ਵੀ ਚੋਰ ਲੁਟੇਰੇ ਮੇਰੀ ਕੀਮਤੀ ਵਸਤੂਆਂ ਜਿਹੜੀਆਂ ਇਹਨਾਂ ਨੂੰ ਲੁੱਟ ਲਾ ਲੈਣ। ਚੋਰਾਂ ਦੇ ਡਰ ਤੋਂ ਜੀਵ ਜਿਹੜਾ ਏ ਉਹ ਰਾਜੇ ਆਪਣੇ ਜੋ ਰਾਜਨ ਸੀ ਉਹਦੀ ਸ਼ਰਨ ਚਲੇ ਗਏ। ਕਹਿੰਦੇ ਲੁੱਟਾ ਜੋ ਮੁਹੀਬਤ ਕਹੋ ਕੈਸੇ ਬਚ ਪਾਈ ਹੈ। ਕਹਿੰਦੇ ਜਦੋਂ ਮੁਹੀਬਤ ਜਿਹੜਾ ਰਾਜਨ ਹੈ ਜੇ ਉਹੀ ਲੁੱਟ ਲਵੇ ਤੇ ਫਿਰ ਕੌਣ ਬਚਾ ਸਕਦਾ ਹੈ। ਜਿਵੇਂ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦੇ ਸਮੇਂ ਉਲਟੀ ਵਾੜ ਖੇਤ ਕੋ ਖਾਈ ਜੋ ਸ਼ਬਦ ਵਰਤੇ ਗਏ। ਕਹਿੰਦੇ ਵੀ ਜਿਹੜੀ ਵਾੜ ਨੇ ਖੇਤ ਦੀ ਰੱਖਿਆ ਕਰਨੀ ਹੁੰਦੀ ਹੈ, ਖੇਤ ਨੂੰ ਬਚਾਉਣਾ ਹੁੰਦਾ ਹੈ, ਕੋਈ ਅਵਾਰਾ ਪਸ਼ੂ ਫਸਲ ਨੂੰ ਉਜਾੜ ਨਾ ਦੇਵੇ। ਤੇ ਕਹਿੰਦੇ ਜੀ ਉਹ ਬਸ ਵਾੜ ਹੀ ਜਿਹੜੀ ਹੈ ਉਹ ਫਸਲ ਨੂੰ ਖਾਵੇ, ਫਸਲ ਦਾ ਨੁਕਸਾਨ ਕਰੇ ਤੇ ਫਿਰ ਕੀ ਬਚਾਅ ਹੋ ਸਕਦਾ ਹੈ, ਕੌਣ ਬਚਾ ਸਕਦਾ ਹੈ। ਤਾਂ ਕਰਕੇ ਜੇ ਸ਼ਰਨ ਵੀ ਲੈਣੀ ਹੈ, ਭਾਈ ਗੁਰਦਾਸ ਜੀ ਨੇ ਉਸ ਸ਼ਬਦ ਦੇ ਅੰਦਰ, ਕਵਿਤ ਦੇ ਅੰਦਰ ਤੇ ਇਹ ਸੋਝੀ ਦਿੱਤੀ ਕਿ ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੇ। ਜੀਵ ਮਾਇਆ ਦੇ ਡਰ ਤੋਂ, ਵਿਕਾਰਾਂ ਦੇ ਡਰ ਤੋਂ, ਹਉਮੈ ਹੰਕਾਰ ਗੁਮਾਨ ਦੇ ਡਰ ਤੋਂ ਧਾਰਮਿਕ ਸਥਾਨਾਂ ਤੇ ਜਾਂਦਾ ਹੈ। ਕਹਿੰਦੇ ਤਾਹਾਂ ਜੋ ਮਾਇਆ ਵਿਆਪੈ ਕਹਾਂ ਠਹਿਰਾਈ ਹੈ। ਕਹਿੰਦੇ ਜੀ ਉੱਥੇ ਹੀ ਜੀਵ ਨੂੰ ਇਹ ਚੀਜ਼ਾਂ ਜਿਹੜੀਆਂ ਇਹ ਨਾ ਛੱਡਣ, ਜੀਵ ਗੁਰੂ ਦੀ ਮੱਤ ਨੂੰ ਨਾ ਧਾਰਨ ਕਰੇ, ਜਾਂ ਉੱਥੇ ਜਾ ਕੇ ਵੀ ਲੜਾਈ ਝਗੜੇ ਇਹਨੂੰ ਦਿਸਣ ਤੇ ਫਿਰ ਹੋਰ ਇਹ ਕਿੱਥੇ ਜਾਵੇ ਜਿੱਥੇ ਇਹਨੂੰ ਸ਼ਾਂਤੀ ਮਿਲੇ। ਸੋ ਰਹੋ ਵਿਚਾਰ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜੋ ਸ਼ਰਨ ਦੀ ਗੱਲ ਕੀਤੀ ਹੈ, ਸ਼ਰਨ ਵੀ ਬੜੀ ਸੋਚ ਸਮਝ ਕੇ ਔਰ ਉਹਦੀ ਲੈਣੀ ਪਵੇਗੀ ਜਿਹਦੀ ਸ਼ਰਨ ਲਿਆ ਰੱਖਿਆ ਵੀ ਹੋਵੇ। ਜਿਹੜਾ ਨੁਕਸਾਨ ਕਰਨ ਹਾਰਾ ਏ ਉਹਦੇ ਨੁਕਸਾਨ ਤੋਂ ਵੀ ਬਚਿਆ ਜਾ ਸਕੇ, ਤੇ ਜਿਹਦੀ ਸ਼ਰਨ ਲਈ ਗਈ ਹੈ ਉਹਦੀ ਪੜਚੋਲ ਕਰਕੇ ਕਿ ਉਹ ਕੋਈ ਨੁਕਸਾਨ ਨਾ ਪਹੁੰਚਾਵੇ। ਉਹਦੀ ਸ਼ਰਨ ਲੈਣ ਦੇ ਨਾਲ ਹੋਰ ਜੀਵਨ ਦੇ ਅੰਦਰ ਲਾਭ ਹੋਵੇ। ਕਹਿੰਦੇ ਇਹਨਾਂ ਦੋ ਨੁਕਤਿਆਂ ਨੂੰ ਧਿਆਨ ਦੇ ਅੰਦਰ ਰੱਖ ਕੇ ਸ਼ਰਨ ਲੈਣੀ ਪਵੇਗੀ। ਉਹ ਕੌਣ ਹੈ ਜਿਹਦੀ ਸ਼ਰਨ ਦੇ ਅੰਦਰ ਜਾਇਆ ਇੱਕ ਤੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ, ਤੇ ਦੂਸਰੀ ਉਹਦੀ ਸ਼ਰਨ ਦੇ ਅੰਦਰ ਗਿਆ, ਉਹਦੀ ਸ਼ਰਨ ਤੱਕਿਆ, ਉਹਦੇ ਚਰਨਾਂ ਦੇ ਨਾਲ ਜੁੜਿਆ, ਬਾਹਰ ਆਉਣ ਨੂੰ ਬਾਅਦ ਦਿਲ ਨਹੀਂ ਕਰੇਗਾ। ਤੇ ਸਾਹਿਬ ਕਹਿੰਦੇ ਭਾਈ ਉਹ ਹੈ ਮਾਲਕ ਪਰਮਾਤਮਾ ਸਾਧੂ। ਇਹ ਰੱਬੀ ਪਿਆਰੇ ਜਨੋ ਰਾਮ ਸ਼ਰਨ ਬਿਸਰਾਮਾ। ਕਹਿੰਦੇ ਰਾਮ ਜੀ ਦੀ, ਮਾਲਕ ਪਰਮਾਤਮਾ ਜੀ ਦੀ ਸ਼ਰਨ ਲੈ। ਵੇਦ ਪੁਰਾਣ ਪੜ੍ਹੇ ਕੋ ਇਹ ਗੁਣ। ਕਹਿੰਦੇ ਵੇਦ ਪੁਰਾਣ ਧਾਰਮਿਕ ਉਪਦੇਸ਼ ਸੁਣਨ ਦਾ ਲਾਭ ਇਹ ਹੋਣਾ ਚਾਹੀਦਾ ਹੈ। ਸਿਮਰੇ ਹਰਿ ਕੋ ਨਾਮਾ, ਕਿ ਤੇਰਾ ਮਨ ਇਹ ਉਪਦੇਸ਼ਾਂ ਨੂੰ ਸੁਣ ਕੇ ਦਰਵ ਜਾਵੇ, ਨਿਰਮਲ ਹੋ ਜਾਵੇ, ਤੇ ਤੇਰੇ ਮਨ ਦੇ ਅੰਦਰ ਹਰਿ ਕੋ ਨਾਮਾ, ਮਾਲਕ ਜੀਆਂ ਦਾ ਨਾਮ ਵਸੇ। ਸਾਹਿਬ ਕਹਿੰਦੇ ਅਜਿਹੇ ਮਾਲਕ ਦੀ ਸ਼ਰਨ ਲੈ। ਜਾਂ ਸਾਹਿਬ ਬਾਣੀ ਦੇ ਅੰਦਰ ਬਚਨ ਕਰਦੇ, ਕਹਿੰਦੇ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਇਹ ਮੇਰੇ ਮਾਲਕ ਤੂੰ ਮੇਰੋ ਮੇਰ ਪਰਬਤ ਸੁਆਮੀ, ਹੈ ਸੁਆਮੀ ਤੂੰ ਮੇਰੇ ਵਾਸਤੇ ਬਹੁਤ ਵੱਡਾ, ਤੇਰੇ ਤੋਂ ਵੱਡਾ ਮੇਰੇ ਲਈ ਹੋਰ ਕੋਈ ਵੀ ਨਹੀਂ। ਜੇ ਪਹਾੜਾਂ ਦੇ ਅੰਦਰ ਚੋਟੀ ਦੀ ਗੱਲ ਕੀਤੀ ਜਾਂਦੀ ਹੈ ਤੇ ਸਭ ਤੋਂ ਉੱਚੇ ਮੇਰ ਪਰਬਤ, ਕਹਿੰਦੇ ਇਹ ਮਾਲਕ ਤੂੰ ਮੇਰ ਪਰਬਤ ਦੀ ਤਰ੍ਹਾਂ ਹੈ। ਓਟ ਗਹੀ ਮੈਂ ਤੇਰੀ ਓਟ, ਮੈਂ ਤੇਰਾ ਆਸਰਾ, ਮੈਂ ਤੇਰੀ ਸ਼ਰਨ ਲਈ ਹੈ। ਨਾ ਤੁਮ ਡੋਲੋ, ਮੈਨੂੰ ਇਹ ਵਿਸ਼ਵਾਸ ਹੈ ਕਿ ਤੂੰ ਅਡੋਲ ਹੈ, ਤੂੰ ਡੋਲਦਾ ਨਹੀਂ। ਤੇ ਜੇ ਤੂੰ ਨਹੀਂ ਡੋਲਦਾ ਤੇ ਜਦੋਂ ਤੇਰੀ ਸ਼ਰਨ ਦੇ ਅੰਦਰ ਆ ਗਏ ਤੇ ਫਿਰ ਮਾਲਕ
ਜੈਸਾ ਸੇਵੇ ਤੈਸਾ ਹੋਵੇ। ਜਿਵੇਂ ਦਾ ਸੇਵਾਂਗੇ ਉਵੇਂ ਦਾ ਸੁਭਾਅ ਬਣ ਜਾਂਦਾ। ਸਾਹਿਬ ਗੁਰੂ ਮਹਾਰਾਜ ਬੇਨਤੀ ਕਰਦੇ, ਕਹਿੰਦੇ ਭਾਈ ਜੀ ਇਵੇਂ ਉਹ ਮਾਲਕ ਜਿਹੜਾ ਸਰਬ ਗੁਨਾ ਕਾ ਦਾਤਾ ਸਤਿਗੁਰ ਤਾਂ ਕੀ ਸ਼ਰਨੀ ਪਾਈ ਹੈ। ਕਹਿੰਦੇ ਜਿਹੜਾ ਸਰਬ ਗੁਣ ਸੰਪੂਰਨ ਹੈ ਜੀ ਉਹਦੀ ਸ਼ਰਨ ਦੇ ਅੰਦਰ ਆ ਗਿਓ। ਜਿਹੜਾ ਆਪ ਅਡੋਲ ਹੈ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੇ। ਇਹ ਮਾਲਕ ਤੇਰੇ ਨਾਲ ਜੁੜਿਆ ਤੇ ਮੈਂ ਵੀ ਵਿਕਾਰਾਂ ਦੀ ਅੱਗ ਦੇ ਵਿੱਚ ਡਿੱਗਣ ਤੋਂ ਬਚ ਜਾਵਾਂਗਾ। ਜਾਂ ਸਾਹਿਬ ਅੱਗੇ ਬਚਨ ਕਰਦੇ, ਕਹਿੰਦੇ ਹੇ ਮਾਲਕ ਦਇਆ ਕਰ ਕਿਰਪਾ ਕਰ ਪੰਚ ਵਿਖਾਦੀ ਏਕ ਗਰੀਬਾ ਰਾਖੋ ਰਾਖਨ ਹਾਰੇ। ਪੰਚ ਵਿਖਾਦੇ ਇਹ ਮਾਲਕ ਇਹ ਪੰਜ ਜਿਹੜੇ ਵਿਕਾਰ ਨੇ ਤੇ ਮੈਂ ਇੱਕ ਗਰੀਬ। ਸਤਿਗੁਰੂ ਕਿਰਪਾ ਕਰੋ ਰਾਖੋ ਰਾਖਨ ਹਾਰ ਦਇਆਲ। ਇਹਨਾਂ ਵਿਕਾਰਾਂ ਦੀ ਅੱਗ ਤੋਂ ਬਚਾ ਲਵੋ। ਪੰਚ ਵਿਖਾਦੀ ਏਕ ਗਰੀਬਾ ਰਾਖੋ ਰਾਖਨ ਹਾਰੇ। ਖੇਦ ਕਰਹਿ ਅਰ ਬਹੁਤ ਸੰਤਾਮਹਿ। ਖੇਦ ਕਰਹਿ ਬੜਾ ਕਲੇਸ਼ ਕਰਦੇ ਨੇ, ਬਹੁਤ ਸੰਤਾਵੇਂ ਬੜਾ ਸਤਾਉਂਦੇ ਨੇ। ਆਇਓ ਸ਼ਰਨ ਤੁਹਾਰੇ ਮਾਲਕ ਸਭ ਕੁਝ ਦੇਖ ਪਰਖ ਕੇ ਸਗਲ ਦਵਾਰ ਕੋ ਛੱਡ ਕੇ ਗਹਿਓ ਤੁਹਾਰੋ ਦਵਾਰ। ਤੇਰੇ ਦਰ ਤੇ ਆਏ हैं सगल द्वार को छाड़ का गहियो तुहारो द्वार। बाहें गहे की लाज अस गोबिंद दास तुहार। हे मालक तेरे दासरे किरपा कर बां पकड़ बख्शिश कर। असी तेरी शरण दे अंदर आए हाँ शरण आया दी लजपत रख। ਜਾਂ ਸਾਹਿਬ बचन करते कहते अब हम चली ठाकुर पैहार। जब हम शरण प्रभु की आई राख प्रभु भावे मार। हे मालक हुण ते सारे बंदे देख लिया है ते सब पासे परख करके तेरी शरण तेरे चरना दी ओट तेरे चरना दा आसरा तकिया है। मालक अब हम सतगुरु तेरी शरण वाल आ गए हैं। अब हम चली ठाकुर पै हार। हुण सारा कुछ तेरे तो हार दिता है वार दिता है। जब हम शरण प्रभु की आई ते मालक जदों असी आई तेरी शरण दे अंदर गए हैं ते भावें रख लै ते भावें मार दे। ये हुण तेरी मर्जी है। साहिब कहते भाई अजिहे मालक दी शरण दे अंदर आउणा है जिथे ये डर ना होवे कि ਉਹਦੀ ਸ਼ਰਨ ਦੇ ਅੰਦਰ ਗਿਆ ਲੁੱਟ ਹੋ ਸਕਦੀ ਹੈ। ਉਹਦੀ ਸ਼ਰਨ ਦੇ ਅੰਦਰ ਗਿਆ ਨੁਕਸਾਨ ਹੋ ਸਕਦਾ ਹੈ। ਕਹਿੰਦੇ ਐਵੇਂ ਦਾ ਭਰਮ ਜਿੱਥੇ ਨਹੀਂ ਹੈ, ਜਿੱਥੇ ਐਵੇਂ ਦਾ ਕੋਈ ਡਰ ਨਹੀਂ ਹੈ, ਉਹ ਇੱਕੋ ਹੀ ਜਗ੍ਹਾ ਹੈ, ਉਹ ਮਾਲਕ ਜੀਆਂ ਦਾ ਉਹ ਪਰਮਾਤਮਾ ਵਾਹਿਗੁਰੂ ਜੀ ਦਾ ਆਸਰਾ ਓਟ ਹੈ। ਔਰ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਭਾਈ ਅਜਿਹੇ ਮਾਲਕ ਦੀ ਸ਼ਰਨ ਦੇ ਅੰਦਰ ਆ ਬਿਸਰਾਮਾਂ ਜਿੱਥੇ ਸ਼ਾਂਤੀ ਮਿਲਦੀ ਹੈ, ਸੁੱਖ ਮਿਲਦਾ ਹੈ। ਵੇਦ ਪੁਰਾਨ ਪੜ੍ਹੇ ਕੋ ਇਹ ਗੁਣ ਸਿਮਰੇ ਹਰ ਕੋ ਨਾਮਾ। ਔਰ ਇਹ ਉਪਦੇਸ਼ ਧਾਰਮਿਕ ਲੈਣ ਦੇ ਨਾਲ ਔਰ ਉਹਦੀ ਸ਼ਰਨ ਆਉਣ ਦੇ ਨਾਲ ਤੇਰੇ ਮਨ ਦੇ ਅੰਦਰ ਜਿੱਥੋਂ ਇਹ ਵਿਚਾਰ ਪ੍ਰਗਟ ਹੁੰਦੇ ਨੇ ਕਿ ਭਾਈ ਉਹਦੇ ਗੁਣ ਗਾਉਣ ਦੇ ਨਾਲ ਹੀ ਪਾਰ ਉਤਾਰਾ ਹੈ, ਉਹਦੇ ਸਿਮਰਨ ਦੇ ਨਾਲ ਜੁੜਿਆ ਹੀ ਪਾਰ ਉਤਾਰਾ। ਸਾਹਿਬ ਨੇ ਫਿਰ ਅੱਗੇ ਬਚਨ ਕੀਤੇ, ਕਹਿੰਦੇ ਲੋਭ ਮੋਹ ਮਾਇਆ ਮਮਤਾ ਫੁਨ ਔਰ ਵਿਖਿਆਨ ਕੀ ਸੇਵਾ। ਲੋਭ ਮੋਹ ਮਾਇਆ ਮਮਤਾ ਫੁਨ ਕਰੀਬ ਜਿਤਨੇ ਵੀ ਆਪਾਂ ਪਿਛਲੇ ਸ਼ਬਦ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦੇ ਨਾਲ ਉਹਨਾਂ ਨੂੰ ਸਮਝਣ ਦਾ ਯਤਨ ਕੀਤਾ। ਹਰ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਇਹਨਾਂ ਵਿਕਾਰਾਂ ਦੀ ਕਾਮ ਕ੍ਰੋਧ ਆਦਿ ਲੋਭ ਮੋਹ ਦੀ ਗੱਲ ਕੀਤੀ ਹੈ, ਮਾਇਆ ਮਮਤਾ ਦੀ ਗੱਲ ਕੀਤੀ ਹੈ, ਕਿਉਂਕਿ ਇਹ ਜੀਵ ਦੇ ਮਨ ਨੂੰ ਮੋਹ ਲੈਂਦੀ ਹੈ। ਮਮਤਾ ਦਾ ਮਤਲਬ ਹੀ ਹੁੰਦਾ ਹੈ ਕਿ ਜੀਵ ਦੀ ਆਪਣਤ ਬਣ ਜਾਂਦੀ ਹੈ, ਪਕੜ ਬਣ ਜਾਂਦੀ ਹੈ।
ਕਹਿੰਦੇ ਕਿਹਦੇ ਨਾਲ ਪਕੜ ਬਣਦੀ ਹੈ? ਲੋਭ ਮੋਹ ਮਾਇਆ ਮਮਤਾ ਫੁਨ ਔ ਵਿਖਿਆਨ ਕੀ ਸੇਵਾ। ਕਹਿੰਦੇ ਇਹ ਲੋਭ ਕਰਦਾ ਏ, ਲਾਲਚ ਕਰਦਾ ਏ, ਮੋਹ ਕਰਦਾ ਏ, ਮਾਇਆ ਦੇ ਨਾਲ ਇਹਦੀ ਮਮਤਾ ਬਣ ਜਾਂਦੀ ਹੈ, ਆਪਣੱਤ ਬਣ ਜਾਂਦੀ ਹੈ, ਪਕੜ ਬਣ ਜਾਂਦੀ ਹੈ। ਤੇ ਫਿਰ ਇਹ ਵਿਖਿਆਨ ਇਹਨਾਂ ਵਿਸ਼ੇ ਵਿਕਾਰਾਂ ਦੀ, ਵਿਖਿਆਨ ਕੀ ਸੇਵਾ ਕਹਿੰਦੇ ਇਹਨਾਂ ਵਿਸ਼ੇ ਵਿਕਾਰਾਂ ਦੀ ਸੇਵਾ ਕਰਦਾ। ਜਿਹਨੂੰ ਕਿ ਸੇਵਾ ਗੁਰੂ ਕੇ ਦਰ ਘਰ ਦੇ ਅੰਦਰ ਰੱਬੀ ਪਿਆਰਿਆਂ ਦੀ ਕਰਨੀ ਚਾਹੀਦੀ। ਕਹਿੰਦੇ ਇਹ ਜੀਵ ਫਿਰ ਵਿਕਾਰੀ ਇਹ ਬਿਰਤੀ ਨੂੰ ਧਾਰਨ ਕਰਕੇ ਵਿਸ਼ੇ ਵਿਕਾਰਾਂ ਦੀ ਸੇਵਾ ਕਰਦਾ। ਇੱਕ ਬੜੀ ਪਿਆਰੀ ਗਾਥਾ ਮਿਲਦੀ ਹੈ। ਕਹਿੰਦੇ ਕਿ ਇੱਕ ਸੁਪਨਾ ਆਉਂਦਾ ਸੀ ਔਰ ਜਦੋਂ ਉਹ ਸੁਪਨਾ ਆਇਆ ਕਰਦਾ ਤੇ ਉਹਨੇ ਸੁਪਨੇ ਦੇ ਅੰਦਰ ਕੀ ਤੱਕਣਾ ਕਿ ਉਹ ਇਕੱਲਾ ਹੀ ਹੈ, ਹੋਰ ਕੋਈ ਵੀ ਨਹੀਂ ਹੈ, ਉਜਾੜ ਜਿਹੀ ਜਗ੍ਹਾ ਹੈ ਤੇ ਉਜਾੜ ਜਿਹੀ ਜਗ੍ਹਾ ਦੇ ਅੰਦਰ ਪੈਸੇ ਬੜੇ ਖਿਲਰੇ ਹੋਏ ਨੇ। ਉਹਨੇ ਪੈਸਿਆਂ ਵੱਲ ਨੂੰ ਭੱਜਣਾ, ਉਧਰੋਂ ਹਨੇਰੀ ਚੱਲ ਪੈਣੀ, ਪੈਸੇ ਉੱਡ ਪੈਣੇ, ਮਗਰ ਭੱਜੇ ਜਾਣਾ, ਪੈਸੇ ਤਾਂ ਉੱਡੀ ਜਾਣੇ। ਇੱਕ ਆਸ ਕਿ ਇਹ ਥੱਲੇ ਡਿੱਗਣਗੇ। ਕਹਿੰਦੇ ਜਿੰਨੇ ਚਿਰ ਨੂੰ ਪੈਸੇ ਡਿੱਗਣ ਲੱਗਣੇ ਉਹਨੇ ਚਿਰ ਨੂੰ ਜਾਗ ਖੁੱਲ੍ਹ ਜਾਣੀ। ਬੜੀ ਦਫਾ ਐਸਾ ਹੋਇਆ, ਸੁਪਨਾ ਆਉਂਦਾ ਸੀ ਜੀਵ ਨੂੰ, ਸੁਪਨੇ ਦੇ ਅੰਦਰ ਘੁੰਮ ਘੁਮਾ ਕੇ ਸੁਪਨਾ ਵੀ ਇੱਕ ਆਉਂਦਾ ਔਰ ਆਉਂਦਾ ਵੀ ਸਾਰਾ ਹੀ ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲੇ ਦਿਨ ਆਇਆ। ਜਦੋਂ ਭੱਜੇ ਜਾਣਾ, ਮਗਰ ਪਕੜਨ ਲੱਗਣਾ, ਵਾਹ ਦੇ ਨਾਲ ਪੈਸਿਆਂ ਨੇ ਉੱਡਣਾ ਔਰ ਜਦੋਂ ਉਹਨਾਂ ਥੱਲੇ ਡਿੱਗਣਾ ਉਹਨੇ ਚਿਰ ਨੂੰ ਜਾਗ ਖੁੱਲ੍ਹ ਜਾਣੀ। ਬੜਾ ਦੁਖੀ ਹੋਇਆ। ਇਹਨੇ ਇੱਕ ਰੱਬੀ ਪਿਆਰੇ ਨੂੰ ਪੁੱਛਿਆ, ਇਹ ਮੇਰੇ ਨਾਲ ਇਵੇਂ ਕਿਉਂ ਹੁੰਦਾ ਹੈ? ਉਹਨੇ ਜਦੋਂ ਦੇਖਿਆ, ਸੋਚਿਆ, ਸਮਝਿਆ, ਰੱਬੀ ਪਿਆਰਾ ਗੁਰਮੁਖ ਗੁਰੂ ਦੇ ਸਨਮੁਖ ਰਹਿਣ ਵਾਲਾ ਸੀ। ਉਹ ਕਹਿਣ ਲੱਗਾ, ਭਾਈ ਮੈਂ ਅਰਦਾਸ ਕਰਾਂਗਾ ਕਿ ਤੈਨੂੰ ਇਵੇਂ ਦਾ ਸੁਪਨਾ ਨਾ ਆਵੇ। ਇਹ ਬਚਨ ਸੁਣਦਿਆਂ ਹੀ ਉਹ ਜੀਵ ਨੇ ਉਸੇ ਵੇਲੇ ਟੋਕ ਦਿੱਤਾ। ਕਹਿੰਦੇ ਨਹੀਂ ਮਹਾਤਮ ਜੀ, ਇਹ ਅਰਦਾਸ ਨਹੀਂ ਕਰਨੀ। ਅਰਦਾਸ ਇਹ ਕਰੋ ਕਿ ਸੁਪਨਾ ਆਵੇ ਪਰ ਸੁਪਨੇ ਦੇ ਅੰਦਰ ਜਿਹੜਾ ਵਾਪ ਰੋਲਾ ਆਉਂਦਾ ਹੈ, ਹਵਾ ਵਗਦੀ ਹੈ, ਉਹ ਨਾ ਵਗੇ ਤਾਂ ਕਿ ਮੈਂ ਪੈਸੇ ਪਕੜ ਸਕਾਂ। ਉਹ ਰੱਬੀ ਪਿਆਰਾ ਮੁਸਕਰਾਇਆ ਤੇ ਆਖਣ ਲੱਗਾ, ਕਹਿੰਦਾ ਭਾਈ ਚਲੋ ਮੈਂ ਜੇ ਇਹ ਵੀ ਅਰਦਾਸ ਕਰ ਦਿੰਦਾ 1 ਮਿੰਟ ਲਈ, ਵਾਪ ਰੋਲਾ ਨਹੀਂ ਆਉਂਦਾ, ਤੂੰ ਪੈਸੇ ਪਕੜ ਵੀ ਲੈਂਦਾ ਏ, ਉਹ ਤੇ ਹੈ ਸੁਪਨੇ ਦੇ ਅੰਦਰ, ਕੀ ਕਰੇਗਾ ਉਹ? ਅਸਲ ਅੰਦਰ ਜੀਵ ਦਾ ਸੁਭਾਅ ਕੀ ਹੈ ਕਿ ਇਹ ਸੁਪਨੇ ਦੇ ਅੰਦਰ ਵੀ ਮਾਇਆ ਨਹੀਂ ਤਿਆਗਣੀ ਚਾਹੁੰਦਾ। ਇਹਨਾਂ ਮਾਇਆ ਦੇ ਨਾਲ ਪਿਆਰ ਹੈ, ਆਪਣੱਤ ਹੈ। ਤੇ ਸਾਹਿਬ ਕਹਿੰਦੇ ਭਾਈ ਜਿਉਂਦਿਆਂ ਜੀ ਫਿਰ ਇਹ ਮਾਇਆ ਦੀ ਸੇਵਾ ਨਾ ਕਰੇ ਤੇ ਹੋਰ ਕੀ ਕਰੇ? ਇੱਕ ਹੋਰ ਦ੍ਰਿਸ਼ਟਾਂਤ ਮਿਲਦਾ ਹੈ। ਵਿਆਸ ਰਿਸ਼ੀ ਜੀ ਦੇ ਬੇਟਾ ਪੁੱਤਰ, ਉਹਨਾਂ ਦਾ ਨਾਮ ਸੁਖਦੇਵ ਕਰਕੇ ਇਤਿਹਾਸ ਦੇ ਅੰਦਰ ਆਉਂਦਾ ਹੈ। ਉਹ ਰਿਸ਼ੀ ਬੜਾ ਤਪੀ ਸੀ, ਬੜਾ ਤਿਆਗੀ ਸੀ। ਉਹਨੇ ਤਿਆਗ ਕੀਤਾ। ਉਹ ਜੰਗਲਾਂ ਦੇ ਅੰਦਰ ਚਲਿਆ ਗਿਆ। ਜਦੋਂ ਜੰਗਲਾਂ ਦੇ ਅੰਦਰ ਗਿਆ ਔਰ ਮਨ ਦੇ ਅੰਦਰ ਜਿਵੇਂ ਜਿੱਥੇ ਰਹਿੰਦਾ ਉਵੇਂ ਦੇ ਵਿਚਾਰ, ਕਹਿੰਦਾ ਸਭ ਕੁਝ ਤਿਆਗ ਦੇਣਾ ਹੈ। ਉਹਨੇ ਇੱਕ ਸੁਭਾਅ ਬਣਾ ਲਿਆ। ਉਹਨੇ ਸੁਭਾਅ ਇਹ ਬਣਾ ਲਿਆ ਹੈ ਕਿ ਮੈਂ ਜਿੱਥੇ ਇੱਕ ਰਾਤ ਕੱਟ ਲਈ, ਦੂਸਰੀ ਰਾਤ ਮੈਂ ਉੱਥੇ ਨਹੀਂ ਕੱਟਣੀ। ਉਹ ਜੰਗਲ ਦੇ ਅੰਦਰ ਵੀ ਜਾਂ ਬਾਹਰ ਵੀ ਜੇ ਕਿਤੇ ਨਿਕਲਦਾ, ਜਾਂ ਪਹਾੜਾਂ ਦੀਆਂ ਕੁੰਦਰਾਂ ਦੇ ਅੰਦਰ ਜੇ ਕਿਤੇ ਉਹਨੂੰ ਰੁਕਣਾ ਪੈਂਦਾ, ਉਹਨੇ ਇੱਕ ਮਨ ਦੇ ਅੰਦਰ ਇਹ ਨਿਯਮ ਤਿਆਰ ਕਰ ਲਿਆ, ਮੈਂ ਜਿੱਥੇ ਇੱਕ ਰਾਤ ਕੱਟ ਲਈ ਹੈ, ਦੂਸਰੀ ਰਾਤ ਉੱਥੇ ਨਹੀਂ ਕੱਟਣੀ। ਉਹਦੇ ਪਿੱਛੇ ਭਾਵਨਾ ਇਹ ਕੰਮ ਕਰਦੀ ਸੀ ਕਿ ਜੇ ਮੈਂ ਉਸੇ ਜਗ੍ਹਾ ਦੂਸਰੀ ਰਾਤ ਕੱਟੀ ਤੇ ਮੇਰੇ ਔਰ ਜਿੱਥੇ ਮੈਂ ਦੂਸਰੀ ਰਾਤ ਕੱਟਾਂਗਾ ਉਹਦੇ ਵਿੱਚ ਇੱਕ ਮੋਹ ਜਾਗੇਗਾ, ਮੇਰੀ ਉਹਦੇ ਨਾਲ ਪਕੜ ਬਣੇਗੀ।
ਉਹਦੇ ਮਨ ਦੇ ਅੰਦਰ ਇਹ ਭਾਵਨਾ ਸੀ, ਉਹਨੇ ਤਾਂ ਕਰਕੇ ਇਸ ਗੱਲ ਦਾ ਜ਼ਿਕਰ ਸਾਮੀ ਧਾਰਮਿਕ ਗ੍ਰੰਥਾਂ ਦੇ ਅੰਦਰ ਵੀ ਮਿਲਦਾ ਹੈ। ਇਸ ਗੱਲ ਦਾ ਜ਼ਿਕਰ ਬੁੱਧ ਮਤ ਦੇ ਅੰਦਰ ਔਰ ਜੈਨ ਮਤ ਦੇ ਅੰਦਰ ਵੀ ਮਿਲਦਾ ਹੈ ਕਿ ਬੁੱਧ ਜੀ ਨੇ ਆਪਣੇ ਭਿਕਸ਼ੂਆਂ ਨੂੰ ਇਹ ਆਦੇਸ਼ ਦਿੱਤਾ ਸੀ, ਹੁਕਮ ਦਿੱਤਾ ਸੀ ਕਿ ਜਦੋਂ ਵੀ ਤੁਸੀਂ ਪ੍ਰਚਾਰ ਤੇ ਜਾਣਾ ਹੈ, ਉਪਦੇਸ਼ ਦੇਣ ਲਈ ਜਾਣਾ ਹੈ, ਇੱਕ ਜਗ੍ਹਾ ਦੇ ਉੱਪਰ ਇੱਕ ਦਿਨ ਤੋਂ ਵੱਧ ਨਹੀਂ ਰੁਕਣਾ। ਇਹ ਹਦਾਇਤ ਸੀ ਔਰ ਇਹੀ ਹਦਾਇਤ ਮਹਾਵੀਰ ਵਰਤਮਾਨ ਜੈਨ ਧਰਮ ਦੇ ਬਾਨੀ ਉਹਨਾਂ ਨੇ ਕੀਤੀ ਸੀ ਕਿ ਤੁਸਾਂ ਨੇ ਇੱਕ ਦਿਨ ਤੋਂ ਵੱਧ ਨਹੀਂ ਰੁਕਣਾ, ਕਿਉਂਕਿ ਜੇ ਇੱਕ ਦਿਨ ਤੋਂ ਵੱਧ ਰੁਕੋਗੇ ਫਿਰ ਉੱਥੇ ਤੁਹਾਡਾ ਮੋਹ ਜਾਗੇਗਾ, ਉਹ ਤੁਹਾਡੇ ਪ੍ਰਚਾਰ ਦੇ ਅੰਦਰ ਰੋਕ ਪਾਵੇਗਾ। ਹੁਣ ਉਹ ਰਿਸ਼ੀ ਨੇ ਵੀ ਇਹ ਭਾਵਨਾ ਦੇ ਨਾਲ ਉਹ ਤਿਆਗ ਕੀਤਾ, ਕਹਿੰਦਾ ਇੱਕ ਦਿਨ ਤੋਂ ਵੱਧ ਨਹੀਂ ਰੁਕਣਾ, ਕਿਉਂਕਿ ਜਿੱਥੇ ਵੀ ਰੁਕੇ ਉੱਥੇ ਜ਼ਿਆਦਾ ਦਿਨ ਰੁਕਣ ਦੇ ਨਾਲ ਉਹ ਜਗ। ਔਰ ਇਹੀ ਸਿੱਧ ਜੋਗੀਆਂ ਦੇ ਵਿਚਾਰ ਸਨ। ਸਿੱਧ ਜੋਗੀ ਵੀ ਕਹਿੰਦੇ ਸਨ ਕਿ ਹਾਟੀ ਬਾਟੀ ਰਹਿ ਨਿਰਾਲੇ ਰੂਖ ਬਿਰਖ ਉਦਿਆਨੇ ਕੰਧ ਮੂਲ ਆਹਾਰੋ ਖਾਈਏ ਅਵਤੂ ਬੋਲਾ ਗਿਆਨੈ ਤੀਰਥ ਨਾਈਐ ਸੁਖ ਫਲ ਪਾਈਐ ਮੈਲ ਨਾ ਲਾਗੈ ਕਾਈ ਗੋਰ ਕਪੂਤ ਲੋਹਾ ਰੀਪਾ ਬੋਲਾ ਜੋਗ ਜੁਗਤ ਵਿਦ ਸਾਈ। ਸਾਹਿਬ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਜਦੋਂ ਅਚਲ ਬਟਾਲੇ ਦੇ ਸਥਾਨ ਤੇ ਵਿਚਾਰ ਗੋਸ਼ਟੀ ਹੁੰਦੀ ਹੈ ਔਰ ਉਹ ਗੋਸ਼ਟੀ ਨੂੰ ਗੁਰਬਾਣੀ ਦੇ ਅੰਦਰ ਸਿੱਧ ਗੋਸ਼ਟ ਨਾਮਕ ਬਾਣੀ ਦੇ ਨਾਲ ਜਾਣਿਆ ਜਾਂਦਾ। ਉਹਦੇ ਅੰਦਰ ਫਿਰ ਸਤਿਗੁਰਾਂ ਨੇ ਇਹ ਪਾਵਨ ਬਚਨ ਲਿਖੇ ਜੋ ਸਿੱਧਾਂ ਦੇ ਨਾਲ ਸਵਾਲ ਜਵਾਬ ਹੋਏ ਸਨ। ਸਿੱਧ ਆਖਦੇ ਸਨ, ਅਸਾਂ ਨੇ ਤਿਆਗ ਹੀ ਤਾਂ ਕੀਤਾ ਹੈ ਕਿ ਸੰਸਾਰ ਦੇ ਨਾਲ ਮੋਹ ਨਾ ਪੈ ਸਕੇ। ਅਸੀਂ ਘਰ-ਬਾਰ ਦਾ, ਬਾਜ਼ਾਰਾਂ ਦਾ, ਹਰ ਇੱਕ ਵਸੋਂ ਵਾਲੇ ਸਥਾਨ ਦਾ ਤਿਆਗ ਕਰ ਦਿੱਤਾ ਹੈ ਤਾਂ ਕਿ ਇਹਨਾਂ ਦੇ ਨਾਲ ਜੇ ਮੋਹ ਜਾਗ ਪਿਆ ਤੇ ਫਿਰ ਇਹ ਸਾਡਾ ਨੁਕਸਾਨ ਕਰਨਗੇ। ਪਰ ਸਾਹਿਬ ਕਹਿੰਦੇ ਭਾਈ ਇਹਨਾਂ ਦਾ ਤਿਆਗ ਕਰਕੇ ਵੀ ਜਿਹੜੇ ਪੰਜ ਵਿਕਾਰ ਨੇ ਉਹਨਾਂ ਦਾ ਤੁਸੀਂ ਤਿਆਗ ਨਹੀਂ ਕਰ ਪਾਏ। ਹਾਟੀ ਬਾਟੀ ਨੀਂਦ ਨਾ ਆਵੇ, ਪਰ ਘਰ ਚਿੱਤ ਨਾ ਡੁਲਾਈ, ਬਿਨ ਨਾਵੇ ਮਨ ਟੇਕ ਨਾ ਟਿਕਾਈ, ਨਾਨਕ ਭੁੱਖ ਨਾ ਜਾਏ। ਸਾਹਿਬ ਕਹਿੰਦੇ ਭਾਈ ਨਾਮ ਤੋਂ ਬਿਨਾਂ ਹਿਰਦੇ ਦੇ ਅੰਦਰ ਟਿਕਾ ਨਹੀਂ। ਜਿੱਥੇ ਮਰਜ਼ੀ ਚਲੇ ਜਾਵੋ, ਜਿਸ ਚੀਜ਼ ਦਾ ਮਰਜ਼ੀ ਤਿਆਗ ਕਰ ਦੇਵੋ, ਕਿਉਂਕਿ ਬਾਅਦ ਅੰਦਰ ਇਤਿਹਾਸ ਦੇ ਅੰਦਰ ਇਹ ਵੀ ਮਿਲਦਾ ਹੈ ਕਿ ਜਿਹੜੇ ਗੋਰਖਨਾਥ ਜੀ ਦੇ ਗੁਰੂ ਸਨ ਮਛੰਦਰਨਾਥ, ਉਹਨਾਂ ਨੇ ਲੰਕਾ ਦੇ ਅੰਦਰ ਆਣ ਕੇ ਵਿਆਹ ਕਰਵਾਇਆ ਕਿਉਂਕਿ ਉਹ ਆਪਣੇ ਵਿਕਾਰਾਂ ਦੇ ਉੱਪਰ ਕਾਬੂ ਨਹੀਂ ਪਾ ਪਾਏ। ਸਭ ਕੁਝ ਤਿਆਗ ਦਿੱਤਾ, ਫਿਰ ਵੀ ਕਿਤੇ ਕਾਮ ਕਾਮਣੀ ਇਹ ਜਾਗੀ ਤੇ ਉਹਨਾਂ ਨੇ ਵਿਆਹ ਕਰਵਾਇਆ। ਸਤਿਗੁਰੂ ਜੀ ਕਹਿੰਦੇ ਭਾਈ ਵਿਕਾਰਾਂ ਤੋਂ ਦੂਰ ਭੱਜਣਾ ਔਰ ਵਿਕਾਰਾਂ ਨੂੰ ਜਿੱਤਣ ਵਾਸਤੇ ਸੰਸਾਰ ਦਾ, ਗ੍ਰਸਤ ਦਾ, ਬਾਜ਼ਾਰਾਂ ਦਾ, ਸੰਸਾਰੀ ਜੀਵਾਂ ਦਾ ਤਿਆਗ ਕਰਨਾ, ਕਹਿੰਦੇ ਇਹ ਮਾਰਗ ਸਹੀ ਨਹੀਂ। ਇਹ ਮਾਰਗ ਸਹੀ ਨਹੀਂ ਹੈ। ਇਹ ਮਾਰਗ ਨੂੰ ਅਪਣਾਇਆ ਜੀਵ ਤਿਆਗੀ ਨਹੀਂ ਬਣ ਪਾਵੇ। ਉਹਦੇ ਮਨ ਦੇ ਅੰਦਰ ਜੇ ਉਹ ਕੁਝ ਖਾਂਦਾ ਪੀਂਦਾ ਨਹੀਂ ਹੈ, ਸਰੀਰ ਨਿਰਬਲ ਹੋ ਜਾਂਦਾ ਹੈ। ਜਦੋਂ ਖਾਣ ਪੀਣ ਲੱਗਦਾ ਹੈ ਸਰੀਰ ਫਿਰ ਉਸੇ ਤਰ੍ਹਾਂ ਕਿਰਿਆ ਕਰਦਾ। ਸਾਹਿਬ ਕਹਿੰਦੇ ਇਹਦਾ ਤਿਆਗ ਰਾਹ ਨਹੀਂ ਹੈ। ਮੋਹ ਮਾਇਆ ਦੇ ਉੱਪਰ ਰੱਬੀ ਪਿਆਰਿਆਂ ਨੇ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਹੀ ਜਿਨ੍ਹਾਂ ਨੇ ਮਾਲਕ ਜੀਆਂ ਦੇ ਉਪਦੇਸ਼ ਨੂੰ, ਵੇਦਾਂ ਪੁਰਾਣਾਂ ਦੇ ਉਪਦੇਸ਼ ਨੂੰ ਸੁਣ ਕੇ ਜੀਵਨ 'ਚ ਕਮਾਇਆ, ਸਾਹਿਬ ਕਹਿੰਦੇ ਉਹ ਤੇ ਜਿਉਂਦਿਆਂ ਜੀ ਹੀ ਮੁਕਤ ਹੋ ਗਏ। ਇੱਕ ਦਫਾ ਸਤਿਗੁਰੂ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਦੀਵਾਨ ਸੱਜੇ ਗੋਇੰਦਵਾਲ ਦੀ ਪਾਵਨ ਧਰਤੀ ਤੇ ਕਰਬੀ ਪਿਆਰਾ ਆਇਆ। ਸਤਿਗੁਰੂ ਜੀ ਬਚਨ ਕਰ ਰਹੇ ਸਨ ਕਿ ਗੁਰੂ ਕਾ ਸਿੱਖ ਜਿਹੜਾ ਬਾਣੀ ਦੇ ਉੱਪਰ ਚੱਲਦਾ ਹੈ, ਜਿਹੜਾ ਬਾਣੀ ਨੂੰ ਸੁਣ ਮਨ ਜੀਵਨ ਦੇ ਅੰਦਰ ਧਾਰਨ ਕਰਦਾ ਹੈ, ਉਹ ਲੋੜ ਪੈਣ ਦੇ ਉੱਪਰ ਆਪਣੇ ਸਰੀਰ ਨੂੰ ਵੀ ਕਟਵਾ ਸਕਦਾ ਹੈ। ਲੋੜ ਪੈਣ ਦੇ ਉੱਪਰ ਆਪਾ ਵੀ ਵਾਰ ਕਰ ਸਕਦਾ ਹੈ। ਉਹ ਲੋੜ ਪੈਣ ਤੇ ਦੂਸਰਿਆਂ ਵਾਸਤੇ ਵੀ ਨਿਸ਼ਾਵਰ ਹੋ ਸਕਦਾ ਹੈ। ਉਹਦੇ ਵਾਸਤੇ ਮਿੱਟੀ ਤੇ ਸੋਨਾ, ਦੁੱਖ ਤੇ ਸੁੱਖ, ਖੁਸ਼ੀ ਤੇ ਗਮੀ ਇੱਕ ਬਰਾਬਰ ਹੈ।
ਹੁਣ ਪਹਿਲੀ ਵਾਰ ਉਹ ਰੱਬੀ ਪਿਆਰਾ ਗੁਰੂ ਦੀ ਸ਼ਰਨ ਦੇ ਅੰਦਰ ਆਇਆ, ਮਨ ਦੇ ਅੰਦਰ ਤੌਖਲਾ ਜਿਹਾ ਜਾਗ ਪਿਆ। ਇਹ ਕਿਵੇਂ ਹੋ ਸਕਦਾ? ਇਹ ਸਤਿਗੁਰੂ ਜੋ ਬਚਨ ਕਰ ਰਹੇ ਜੇ, ਇਹ ਕਹਿਣ ਵਾਸਤੇ, ਸੁਣਨ ਵਾਸਤੇ, ਕੰਨ ਰਸ ਵਾਸਤੇ ਤੇ ਵਧੀਆ ਹੈ, ਕੰਨ ਰਸ ਵਧੀਆ ਹੈ, ਪਰ ਐਵੇਂ ਨਹੀਂ ਹੋਵੇਗਾ। ਪ੍ਰੈਕਟੀਕਲ ਰੂਪ ਦੇ ਅੰਦਰ ਇਵੇਂ ਕੌਣ ਕਰ ਸਕਦਾ ਹੈ? ਸਾਹਿਬ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਉਹਦੇ ਬਚਨ ਸੁਣੇ। ਕਹਿਣ ਲੱਗੇ, ਕੋਈ ਨਹੀਂ ਭਾਈ ਸਿੱਖਾ, ਹੈਨ ਅਜਿਹੇ ਰੱਬੀ ਪਿਆਰੇ। ਉਹ ਫਿਰ ਕਹਿੰਦਾ ਨਹੀਂ ਸਤਿਗੁਰੂ, ਐਵੇਂ ਦਾ ਕੌਣ ਹੋ ਸਕਦਾ ਹੈ? ਕੌਣ ਜਿਹੜਾ ਉਹ ਦੂਜਿਆਂ ਵਾਸਤੇ ਜਾਂ ਤਨ ਮਨ ਕਾਟ ਸਭ ਅਰਪੇ, ਜੋ ਦੇਵੈ ਸੋ ਖਾਈ। ਕੌਣ ਆਪਣਾ ਤਨ ਮਨ ਕਟਵਾ ਸਕਦਾ ਹੈ? ਸਾਹਿਬ ਨੇ ਬਚਨ ਕੀਤੇ, ਕਹਿੰਦੇ ਭਾਈ ਸਿੱਖਾ ਕੁਝ ਦਿਨ ਠਹਿਰ, ਕੋਈ ਨਾ ਸਮਾਂ ਆਵੇਗਾ ਦੱਸਾਂਗੇ। ਕੁਝ ਦਿਨ ਉਹ ਠਹਿਰਿਆ ਹੈ। ਸਤਿਗੁਰਾਂ ਨੇ ਇੱਕ ਪੱਤਰ ਦੇ ਕੇ ਉਹ ਰੱਬੀ ਪਿਆਰੇ ਨੂੰ ਭੇਜਿਆ ਹੈ ਇੱਕ ਨਗਰ ਦੇ ਅੰਦਰ। ਜਦੋਂ ਉਸ ਨਗਰ ਦੇ ਅੰਦਰ ਗਿਆ, ਘਰ ਦੇ ਅੰਦਰ ਪਤਾ ਕੀਤਾ ਕਿ ਇਹ ਗੁਰਮੁਖ ਪਿਆਰਾ ਹੈ। ਉਹਨਾਂ ਨੇ ਕਿਹਾ ਉਹ ਦੁਕਾਨ ਦੇ ਉੱਪਰ ਹੈ, ਆਵੇਗਾ ਤੇ ਤੁਹਾਨੂੰ ਮਿਲਾ ਦੇਵਾਂਗੇ, ਤੁਸੀਂ ਬੈਠੋ ਜਲ ਪਾਣੀ ਛਕੋ। ਕੀ ਹੋਇਆ? ਜਦੋਂ ਉਹ ਰੱਬੀ ਪਿਆਰਾ ਜਿਹਦਾ ਨਾਮ ਇਤਿਹਾਸ ਦੇ ਅੰਦਰ ਭਾਈ ਭਿਖਾਰੀ ਜੀ ਆਉਂਦਾ ਹੈ, ਕਹਿੰਦੇ ਜਦੋਂ ਉਹ ਘਰ ਆਇਆ ਉਹਨੇ ਦੇਖਿਆ, ਕਹਿੰਦੇ ਇਹ ਤੇ ਉਹੀ ਹੈ ਜਿਹੜਾ ਬਾਜ਼ਾਰ ਦੇ ਅੰਦਰ ਇੱਕ ਪੈਸੇ ਲਈ ਲੜ ਰਿਹਾ ਸੀ। ਗੁਰੂ ਨੇ ਮੈਨੂੰ ਕਿਸ ਦੇ ਪਾਸ ਭੇਜ ਦਿੱਤਾ ਹੈ? ਕਿਉਂਕਿ ਉਹ ਭਾਈ ਭਿਖਾਰੀ ਜੀ ਦੀ ਕਿਰਤ ਬਾਜ਼ਾਰ ਦੇ ਅੰਦਰ ਕੀ ਸੀ? ਉਹਦੀ ਦੁਕਾਨ ਸੀ ਔਰ ਉਹ ਘਿਓ ਵੇਚਦਾ ਸੀ। ਔਰ ਜਦੋਂ ਘਿਓ ਵੇਚ ਰਿਹਾ ਸੀ ਤੇ ਜਦੋਂ ਇਹ ਰੱਬੀ ਪਿਆਰਾ ਲੰਘ ਰਿਹਾ ਸੀ ਬਾਜ਼ਾਰ ਦੇ ਅੰਦਰੋਂ, ਤੇ ਕੀ ਦੇਖਿਆ ਕਿ ਇਹ ਗਾਹਕ ਦੇ ਨਾਲ ਲੜ ਰਿਹਾ ਹੈ। ਉਹਨੂੰ ਇਹ ਕਹਿ ਰਿਹਾ ਹੈ ਕਿ ਜਾਂ ਤੇ ਪੂਰਾ ਦਾਮ, ਪੂਰੇ ਪੈਸੇ ਦੇ, ਇੱਕ ਪੈਸਾ ਵੀ ਘੱਟ ਨਹੀਂ ਲੈਣਾ ਜੇ ਤੂੰ ਘਿਓ ਖਰੀਦਣਾ ਹੈ, ਤੇ ਜੇ ਤੇਰੇ ਪਾਸ ਨਹੀਂ ਹੈ ਤੇ ਫਿਰ ਤੂੰ ਉਧਾਰ ਲੈ ਜਾ, ਬਾਅਦ ਅੰਦਰ ਦੇ ਲਈ, ਪਰ ਘਟਣਾ ਨਹੀਂ ਹੈ, ਕਿਉਂਕਿ ਜੋ ਇਹਦੀ ਕਮਾਈ ਹੈ ਮੈਂ ਉਨੀ ਹੀ ਲੈ ਰਿਹਾ। ਉਹ ਜਦੋਂ ਇਹ ਬੋਲ ਇਸ ਰੱਬੀ ਪਿਆਰੇ ਦੇ ਕੰਨ 'ਚ ਪਏ, ਸਾਰੀ ਗੱਲ ਦਾ ਪਤਾ ਨਹੀਂ ਸੀ। ਔਰ ਜਦੋਂ ਉਸੇ ਹੀ ਗੁਰਮੁਖ ਪਿਆਰੇ ਨੇ ਜਦੋਂ ਭਾਈ ਭਿਖਾਰੀ ਨੂੰ ਘਰੇ ਤੱਕਿਆ, ਆਖਣ ਲੱਗਾ ਇਹ ਤੇ ਉਹੀ ਹੈ ਜਿਹੜਾ ਇੱਕ ਪੈਸੇ ਬਦਲੇ ਲੜ ਰਿਹਾ ਸੀ। ਇਹਦੇ ਅੰਦਰ ਇਵੇਂ ਦਾ ਸਬਰ ਸੰਤੋਖ ਕਿਵੇਂ ਹੋਵੇਗਾ? ਚਲੋ ਘਰ ਬੈਠੇ ਨੇ, ਜਦੋਂ ਭਾਈ ਭਿਖਾਰੀ ਜੀ ਨੂੰ ਮਿਲੇ ਨੇ, ਭਾਈ ਭਿਖਾਰੀ ਜੀ ਦੇ ਘਰ ਵਿਆਹ ਦਾ ਮਾਹੌਲ ਸੀ। ਘਰ ਦੇ ਅੰਦਰ ਸਿਲਾਈ ਕਢਾਈ ਚੱਲ ਰਹੀ ਸੀ। ਕੀ ਤੱਕਿਆ ਇਹ ਭਾਈ ਭਿਖਾਰੀ ਜੀ ਦੇ ਘਰ ਦੇ ਅੰਦਰ, ਜਿੱਥੇ ਭਾਈ ਭਿਖਾਰੀ ਜੀ ਨੂੰ ਪ੍ਰਸ਼ਾਦਾ ਛਕਾਇਆ ਹੈ। ਔਰ ਜਦੋਂ ਪ੍ਰਸ਼ਾਦਾ ਛਕਾਉਣ ਤੋਂ ਪਹਿਲਾਂ ਜੋ ਜ਼ਿਕਰ ਮਿਲਦਾ ਹੈ ਇਤਿਹਾਸ ਦੇ ਅੰਦਰ, ਕਹਿੰਦੇ ਭਾਈ ਭਿਖਾਰੀ ਜੀ ਨੂੰ ਇਹ ਰੱਬੀ ਪਿਆਰੇ ਨੇ ਕਿਹਾ, ਕਹਿੰਦੇ ਕਿ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਹੱਥ ਸੁੱਚੇ ਕਰਨੇ। ਭਾਈ ਭਿਖਾਰੀ ਜੀ ਕਹਿੰਦੇ ਸਾਡੇ ਹੱਥ ਸੁੱਚੇ ਕਰਾਉਣ ਦਾ ਜਿਹੜਾ ਰਿਵਾਜ ਹੈ ਉਹ ਪਾਣੀ ਦੇ ਨਾਲ ਨਹੀਂ ਹੈ, ਉਹਨੇ ਘਿਓ ਦੇ ਨਾਲ ਹੱਥ ਸੁੱਚੇ ਕਰਵਾਏ। ਮਨ ਦੇ ਅੰਦਰ ਹੋਰ ਭਰਮ ਜਿਹਾ ਜਾਗ ਪਿਆ। ਆਖਣ ਲੱਗਾ, ਭਾਈ ਤੁਸੀਂ ਬਾਜ਼ਾਰ ਦੇ ਅੰਦਰ ਇੱਕ ਪੈਸੇ ਬਦਲੇ ਲੜ ਰਹੇ ਸੀ, ਇੱਥੇ ਇੰਨਾ ਕੀਮਤੀ ਘਿਓ ਦੇ ਨਾਲ ਹੱਥ ਧਵਾਉਂਦੇ। ਉਹ ਰੱਬੀ ਪਿਆਰੇ ਨੇ ਕਿਹਾ, ਕਹਿਣ ਲੱਗਾ ਕਿ ਭਾਈ ਉਹ ਮੇਰੀ ਕਿਰਤ ਹੈ ਔਰ ਇਹ ਮੇਰੀ ਸੇਵਾ ਹੈ। ਉਹ ਮੇਰੀ ਕਿਰਤ ਹੈ, ਇਹ ਮੇਰੀ ਸੇਵਾ ਹੈ, ਇਹ ਮੇਰੀ ਭਾਵਨਾ ਹੈ। ਕਿਰਤ ਦੇ ਅੰਦਰ ਕੋਈ ਦੋਰਾਵਾ ਨਹੀਂ, ਕਿਰਤ ਦੇ ਅੰਦਰ ਕੋਈ ਕਿਸੇ ਪ੍ਰਕਾਰ ਦਾ ਵੀ ਕੋਈ ਨੁਕਸਾਨ ਨਹੀਂ ਜਰਿਆ ਜਾਵੇ, ਪਰ ਇਹ ਮੇਰੀ ਸੇਵਾ ਹੈ। ਹੁਣ ਜਦੋਂ ਪ੍ਰਸ਼ਾਦਾ ਪਾਣੀ ਛਕਿਆ, ਇਹ ਕਹਿੰਦੇ ਜਿਸ ਕਮਰੇ ਦੇ ਅੰਦਰ ਭਾਈ ਭਿਖਾਰੀ ਜੀ ਨੇ ਉਹ ਰੱਬੀ ਪਿਆਰੇ ਦਾ ਆਸਣ ਲਾਇਆ, ਸੱਪ ਵਿਛਾ ਕੇ ਦਿੱਤੀ, ਕਹਿੰਦੇ ਉੱਥੇ ਕੀ ਤੱਕਿਆ? ਇਤਿਹਾਸ ਦੇ ਅੰਦਰ ਦੋ ਰਾਵਾਂ ਏ। ਇੱਕ ਤੇ ਇਤਿਹਾਸਕਾਰ ਲਿਖਦੇ ਨੇ ਕਿ ਭਾਈ ਭਿਖਾਰੀ ਜੀ ਨੇ ਉਸ ਕਮਰੇ ਦੇ ਅੰਦਰ ਜਿਸ ਦੇ ਉੱਪਰ ਡੈੱਡ ਬੋਡੀ ਪਾ ਕੇ ਖੜੀ ਜਾਂਦੀ, ਉਹ ਫੱਟਾ ਰੱਖਿਆ ਹੋਇਆ ਸੀ। ਕੁਝ ਨੇ ਕਿਹਾ ਭਾਈ ਭਿਖਾਰੀ ਜੀ ਨੇ ਇੱਕ ਪਲ ਜਿਹੜਾ ਹੈ ਉਹ ਆਪ ਹੱਥੀਂ ਸੀ ਕਿ ਉੱਥੇ ਰੱਖਿਆ ਹੋਇਆ ਸੀ। ਜਦੋਂ ਉੱਥੇ ਪਿਆ ਹੈ, ਕੁਝ ਸਮਾਂ ਪਿਆ, ਜਦੋਂ ਉਹ ਦੇਖਿਆ, ਕਹਿੰਦੇ ਘਰ ਦੇ ਅੰਦਰ ਮਾਹੌਲ ਵਿਆਹ ਦਾ ਹੈ, ਤੇ ਇਹ ਘਰ ਦੇ ਅੰਦਰ ਕਿਵੇਂ ਦਾ ਇਹਨਾਂ ਨੇ ਇਹ ਫੱਟਾ ਜਾਂ ਇਹ ਪਲ ਰੱਖਿਆ ਹੋਇਆ ਹੈ। ਭਾਈ ਭਿਖਾਰੀ ਨੂੰ ਕੁਛ ਲਿਆਰਿਆ ਨਹੀਂ ਗਿਆ।
ਕਹਿਣ ਲੱਗੇ ਘਰ ਦੇ ਅੰਦਰ ਵਿਆਹ ਦਾ ਮਾਹੌਲ ਹੈ, ਤੁਸਾਂ ਨੇ ਇਹ ਕਿਉਂ ਰੱਖਿਆ ਹੈ? ਤੇ ਭਾਈ ਭਿਖਾਰੀ ਜੀ ਨੇ ਕਿਹਾ, ਕਹਿਣ ਲੱਗੇ ਭਾਈ ਸੁੱਖ ਤੇ ਦੁੱਖ ਜਿਹੜੇ ਨੇ ਉਹ ਦੋਨੋਂ ਹੀ ਸਰੀਰ ਦੇ ਨਾਲ ਹੈ। ਸੁੱਖ ਵੀ ਆਉਂਦਾ ਹੈ, ਦੁੱਖ ਵੀ ਆਉਂਦਾ ਹੈ। ਉਹਨੂੰ ਸਮਝ ਨਹੀਂ ਆਈ, ਰਮਜ ਸਮਝ ਨਹੀਂ ਸਕਿਆ। ਤੇ ਕਹਿੰਦੇ ਜਦੋਂ ਦਿਨ ਚੜ੍ਹਿਆ, ਦਿਨੇ ਪੁੱਤਰ ਦੀ ਬਰਾਤ ਸੀ, ਬਰਾਤ ਗਈ ਹੈ। ਕਹਿੰਦੇ ਜਦੋਂ ਘਰ ਦੇ ਅੰਦਰ ਡੋਲੀ ਆਈ ਹੈ ਤੇ ਕੁਝ ਸਮੇਂ ਬਾਅਦ ਪੁੱਤਰ ਦੀ ਮੌਤ ਹੁੰਦੀ ਹੈ। ਉਹੀ ਭਾਈ ਭਿਖਾਰੀ ਕਹਿੰਦੇ ਆਪ ਆਪਣੇ ਹੱਥੀਂ ਸਾਰੇ ਕਾਰਜ ਕਰਦਾ ਏ। ਔਰ ਸਭ ਕਾਰਜ ਹੋਣ ਤੋਂ ਬਾਅਦ ਭਾਈ ਭਿਖਾਰੀ ਨੂੰ ਜਦੋਂ ਉਹਨੇ ਪੁੱਛਿਆ ਤੇ ਕਹਿਣ ਲੱਗਾ, ਭਾਈ ਇਹ ਤੇ ਮਾਲਕ ਦਾ ਹੁਕਮ, ਮਾਲਕ ਦੀ ਦਾਤ ਹੈ। ਜੇ ਨਾ ਵੀ ਦਿੰਦਾ ਤੇ ਕੀ ਕਰ ਲੈਣਾ ਸੀ, ਔਰ ਜੇ ਦੇਤੀ ਹੈ ਤੇ ਉਹਦਾ ਸ਼ੁਕਰਾਨਾ ਹੈ, ਔਰ ਦੇ ਕੇ ਜੇ ਲੈ ਗਿਆ ਹੈ ਤਾਂ ਵੀ ਉਹਦਾ ਸ਼ੁਕਰਾਨਾ ਹੈ। ਸਾਡਾ ਉਹਦੇ ਅੱਗੇ ਕੋਈ ਜ਼ੋਰ ਨਹੀਂ। ਕਹਿੰਦੇ ਜਦੋਂ ਅਜਿਹਾ ਸਬਰ, ਸੰਤੋਖ ਔਰ ਇਵੇਂ ਦੇ ਦੁੱਖ ਸੁੱਖ ਤੋਂ ਸਮ ਉੱਪਰ ਰਹਿਣ ਵਾਲੇ ਰੱਬੀ ਪਿਆਰੇ ਭਾਈ ਭਿਖਾਰੀ ਨੂੰ ਤੱਕਿਆ ਤੇ ਜਦੋਂ ਵਾਪਸ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਰਨ ਦੇ ਅੰਦਰ ਆਇਆ ਤੇ ਹੱਥ ਜੋੜ ਕੇ ਮੁਆਫੀ ਮੰਗੀ ਔਰ ਆਖਣ ਲੱਗਾ, ਸਤਿਗੁਰੂ ਧੰਨ ਤੇਰੀ ਸਿੱਖੀ ਤੇ ਧੰਨ ਤੇਰੇ ਸਿੱਖ ਨੇ ਜਿਨ੍ਹਾਂ ਨੇ ਬਾਣੀ ਨੂੰ ਜੀਵਨ ਦੇ ਅੰਦਰ ਧਾਰਨ ਕੀਤਾ ਏ। ਉਹ ਵਾਕਿਆਤ ਹੀ ਸੰਸਾਰ ਦੀ ਮੋਹ ਮਾਇਆ ਤੋਂ ਉੱਪਰ ਹੈ। ਮੋਹ ਮਾਇਆ ਕੀ, ਉਹ ਤੇ ਆਪਣੇ ਹੱਥੀਂ ਜਣੇ ਆਪਣੇ ਖੂਨ ਨੂੰ ਵੀ ਜਦੋਂ ਉਹ ਮਾਲਕ ਦੀ ਜੋ ਰਜਾ ਹੁੰਦੀ ਹੈ, ਬਾਦ ਘਾਟ ਹੁੰਦੀ ਹੈ ਤੇ ਉਹਨੂੰ ਵੀ ਮਿੱਠਾ ਕਰਕੇ ਮੰਨਦੇ ਨੇ, ਕਦੀ ਵੀ ਗਿਲਾ ਸ਼ਿਕਵਾ ਨਹੀਂ ਕਰਦੇ। ਸਾਹਿਬ ਜੀਆਂ ਨੇ ਬਚਨ ਕੀਤੇ, ਕਹਿਣ ਲੱਗੇ, ਲੋਭ ਮੋਹ ਮਾਇਆ ਮਮਤਾ ਫੁਨ ਔ ਵਿਖਿਆਨ ਕੀ ਸੇਵਾ, ਹਰਖ ਸੋਗ ਪਰਸੈ ਜੇ ਨਾਹਿਨ ਸੋ ਮੂਰਤ ਹੈ ਦੇਵਾ। ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਅਜਿਹੇ ਰੱਬੀ ਪਿਆਰਿਆਂ ਨੂੰ ਸੋ ਮੂਰਤ ਹੈ ਦੇਵਾ। ਕਹਿੰਦੇ ਅਜਿਹੇ ਰੱਬੀ ਪਿਆਰੇ ਪਰਮਾਤਮਾ ਦਾ ਹੀ ਰੂਪ ਹੈ। ਪਰਮਾਤਮਾ ਤੇ ਅਜਿਹੇ ਰੱਬੀ ਪਿਆਰਿਆਂ ਦੇ ਵਿੱਚ ਕੋਈ ਅੰਤਰ ਨਹੀਂ, ਜਿਨ੍ਹਾਂ ਨੇ ਇਹ ਮੋਹ ਮਾਇਆ ਨੂੰ ਤਿਆਗ, ਜਾਂ ਅੱਗੇ ਸਤਿਗੁਰੂ ਬਚਨ ਕਰਦੇ ਕਹਿੰਦੇ, ਜਿਨ੍ਹਾਂ ਨੇ ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ ਤਿਉ ਕੰਚਨ ਅਰ ਪੈਸਾ। ਕਹਿੰਦੇ ਜਿਨ੍ਹਾਂ ਨੇ ਸਵਰਗ ਤੇ ਨਰਕ ਨੂੰ ਇੱਕ, ਅੰਮ੍ਰਿਤ ਤੇ ਬਿਖ ਤੋਂ ਭਾਵ ਹੁੰਦਾ ਹੈ ਜ਼ਹਿਰ, ਕਹਿੰਦੇ ਇਹਨਾਂ ਨੂੰ ਇੱਕ ਜਾਣਿਆ ਹੈ। ਜਿਨ੍ਹਾਂ ਨੇ ਕੰਚਨ ਤੇ ਪੈਸਾ, ਕੰਚਨ ਤੋਂ ਭਾਵ ਸੋਨਾ, ਪੈਸੇ ਤੋਂ ਭਾਵ ਚਾਂਦੀ, ਕਹਿੰਦੇ ਜਿਨ੍ਹਾਂ ਨੇ ਇਹਨਾਂ ਨੂੰ ਇੱਕ ਬਰਾਬਰ ਜਾਣਿਆ ਹੈ। ਜਿਨ੍ਹਾਂ ਨੇ ਪੈਸੇ ਨੂੰ, ਕਿਉਂਕਿ ਪੈਸੇ ਦਾ ਅਰਥ ਇੱਕ ਪੈਸਾ ਵੀ ਲਿਆ ਜਾਂਦਾ ਹੈ ਔਰ ਇੱਕ ਪੈਸੇ ਦਾ ਅਰਥ ਤਾਂਬਾ ਲਿਆ ਜਾਂਦਾ ਹੈ। ਇਹ ਧਾਤਾਂ ਨੇ, ਲੋਹਾ, ਤਾਂਬਾ, ਚਾਂਦੀ, ਸੋਨਾ। ਸਾਹਿਬ ਕਹਿੰਦੇ ਭਾਈ ਅਜਿਹੇ ਰੱਬੀ ਪਿਆਰੇ ਔਰ ਮਾਲਕ ਦੇ ਅੰਦਰ ਕੋਈ ਅੰਤਰ ਨਹੀਂ, ਜਿਨ੍ਹਾਂ ਨੇ ਸਵਰਗ ਨਰਕ, ਜ਼ਹਿਰ ਅੰਮ੍ਰਿਤ ਔਰ ਸੋਨਾ ਤਾਂਬਾ ਪੈਸਾ ਹਰ ਇੱਕ ਚੀਜ਼ ਨੂੰ ਇੱਕ ਬਰਾਬਰ ਜਾਣਿਆ। ਭਾਵ ਇਹ ਮਿਲਣ ਤੇ ਵੀ ਕੋਈ ਦੁੱਖ ਨਹੀਂ ਤੇ ਨਾ ਮਿਲਣ ਤੇ ਵੀ ਕੋਈ ਦੁੱਖ ਨਹੀਂ, ਕੋਈ ਮਾਲਕ ਨੂੰ ਗਿਲਾ ਸ਼ਿਕਵਾ ਸ਼ਿਕਾਇਤ ਨਹੀਂ। ਸਾਹਿਬ ਕਹਿੰਦੇ ਉਸਤਤ ਨਿੰਦਾ ਇਹ ਸਮ ਜਾਗੈ, ਲੋਭ ਮੋਹ ਗੁਣ ਤੈਸਾ। ਭਾਈ ਜਿਨ੍ਹਾਂ ਦੇ ਵਾਸਤੇ ਉਸਤਤ ਤੇ ਨਿੰਦਿਆ ਇੱਕ ਬਰਾਬਰ ਹੈ, ਜਿਨ੍ਹਾਂ ਵਾਸਤੇ ਲੋਭ ਮੋਹ ਮਾਇਆ ਜਿਨ੍ਹਾਂ ਦੇ ਉੱਪਰ ਕੋਈ ਪ੍ਰਭਾਵ ਨਹੀਂ ਪਾਉਂਦੀ। ਸਾਹਿਬ ਫਿਰ ਅਖੀਰਲੇ ਬੰਦ ਅੰਦਰ ਬਚਨ ਕਰਦੇ, ਦੁੱਖ ਸੁੱਖ ਇਹ ਬਾਧੇ ਜੇ ਨਾਹਿਨ ਭਾਈ, ਜਿਹਨੂੰ ਦੁੱਖ ਤੇ ਸੁੱਖ ਬੰਨ ਨਹੀਂ ਸਕਦਾ। ਜਿਵੇਂ ਭਾਈ ਭਿਖਾਰੀ ਜੀ ਕਹਿੰਦੇ, ਜਿਹਨੂੰ ਦੁੱਖ ਤੇ ਸੁੱਖ ਬੰਨ ਨਹੀਂ ਸਕਦਾ, ਤੇਹ ਤੁਮ ਜਨ ਹੋ ਗਿਆਨੀ ਭਾਈ, ਉਹ ਅਸਲ ਗਿਆਨੀ ਹੈ। ਨਾਨਕ ਮੁਕਤ ਤਾਹੇ ਤੁਮ ਮਾਨੋ, ਇਹ ਬਿਦ ਕੋ ਜੋ ਪ੍ਰਾਨੀ ਭਾਈ। ਜਿਹੜਾ ਇਸ ਵਿਧੀ, ਇਸ ਵਿਧਾਨ, ਇਸ ਨਿਯਮ ਦੇ ਅਨੁਸਾਰ ਚੱਲਦਾ ਹੈ, ਉਹ ਜੀਵਦਿਆਂ ਜੀਵ ਮੁਕਤ। ਗੁਰੂ ਕਿਰਪਾ ਕਰਨ ਸਮੁੱਚੇ ਸ਼ਬਦ ਅੰਦਰ ਸਤਿਗੁਰਾਂ ਨੇ ਰੱਬੀ ਨਾਮ ਦੇ ਨਾਲ ਜੁੜਿਆ ਰੱਬੀ ਸ਼ਬਦ ਗੁਰੂ ਕੇ ਬਚਨਾਂ ਨੂੰ ਜੀਵਨ ਦੇ ਅੰਦਰ ਕਮਾ ਕੇ ਜਿਨ੍ਹਾਂ ਨੇ ਜੀਵਨ ਦੇ ਅੰਦਰ ਢਾਲਿਆ ਹੈ, ਉਸ ਰੱਬੀ ਪਿਆਰਿਆਂ ਦੀ ਇਸ ਪਾਵਨ ਸ਼ਬਦ ਦੇ ਅੰਦਰ ਉਸਤਤ ਕੀਤੀ ਹੈ ਔਰ ਅਖੀਰ ਬਚਨ ਕੀਤੇ। ਭਾਈ ਉਹਨਾਂ ਰੱਬੀ ਪਿਆਰਿਆਂ ਤੇ ਮਾਲਕ ਦੇ ਅੰਦਰ ਕੋਈ ਅੰਤਰ ਨਹੀਂ ਹੈ, ਮਾਲਕ ਔਰ ਉਹ ਇੱਕ ਬਰਾਬਰ ਨੇ। ਗੁਰੂ ਕਿਰਪਾ ਕਰਨ ਸਤਿਗੁਰਾਂ ਜੀ ਦੀ ਪਾਵਨ ਬਾਣੀ ਦੀ ਵਿਚਾਰ
ਸੁਣਦਿਆਂ ਪੜ੍ਹਦਿਆਂ ਜੀਵਨ ਦੇ ਅੰਦਰ ਧਾਰਨ ਹੋ ਜਾਵੇ। ਸਤਿਗੁਰੂ ਜੀ ਕਿਰਪਾ ਕਰਨ, ਲੋਕ ਪਰਲੋਕ ਸੁਹੇਲਾ ਹੋ ਜਾਵੇਗਾ। ਪਾਵਨ ਵਿਚਾਰ ਕਰਦਿਆਂ ਅਣਜਾਣ ਦਾਸੀਆਂ ਤੋਂ ਬੇਅੰਤ ਫੁੱਲਾਂ ਗੁਰਬਖਸ਼ਣ ਜੋ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।